मुगल ये मुगल ਦੇ ਵਿੱਚੋਂ ਇਬਰਾਹਿਮ ਲੋਧੀ ਤੇ ਦੌਲਤ ਖਾਨ ਲੋਧੀ ਹੁੰਦੇ ਨੇ। ਦੌਲਤ ਖਾਨ ਲੋਧੀ ਕੀ ਕਰਦਾ, ਉਹਨੂੰ ਦੈਟ ਇਜ਼ ਕਿ ਉਹਨੂੰ ਇਬਰਾਹਿਮ ਲੋਧੀ ਗਲਤ ਬੋਲ ਦਿੰਦਾ, ਜਿਹਦੇ ਕਰਕੇ ਬੁਲਾਉਂਦਾ ਕਿਹਨੂੰ, ਉਹ ਬਾਬਰ ਵੀ ਆਪ ਹੀ ਹਮਲਾ ਕਰੋ। ਤੇ ਬਾਬਰ ਹਮਲਾ ਕਰਦਾ ਤੇ ਨਾਲ ਤੁਸੀਂ ਦੇਖਦੇ ਕਿ ਬਾਬਰ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਲੜਦਾ। ਇਹ ਲੜਾਈ ਨੂੰ ਧਿਆਨ ਰੱਖੋ, ਤੋਪਾਂ ਦੀ ਲੜਾਈ ਵੀ ਕਹਿੰਦੇ। ਧਿਆਨ ਰੱਖੋ, ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਕਿ ਫਸਟ ਟਾਈਮ ਕਿ ਤੋਪਾਂ ਯੂਜ਼ ਕੀਤੀਆਂ ਗਈਆਂ ਸੀ ਲੜਾਈ ਦੇ ਵਿੱਚ 1526 ਦੀ ਲੜਾਈ। ਸਾਥੀ ਅਸੀਂ ਦੇਖਦੇ ਹਾਂ ਕਿ ਇੱਥੇ ਬਾਬਰ ਨਹੀਂ ਰੁਕਦਾ। 1527 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਵੱਡਾ ਰਾਜਾ ਹੁੰਦਾ ਰਾਜਸਥਾਨ ਦਾ, ਮਹਾਰਾਣਾ ਸਾਂਗਾ। ਮਹਾਰਾਣਾ ਸਾਂਗਾ ਦੇ ਨਾਲ ਇੱਕ ਯੁੱਧ ਕਰਦਾ। ਇਹ ਯੁੱਧ ਨੂੰ ਕਹਿੰਦੇ ਨੇ ਖਨਵਾ ਦਾ ਯੁੱਧ। ਯੁੱਧ ਬਹੁਤ ਇੰਪੋਰਟੈਂਟ ਨੇ। ਤਾਂ ਖਨਵਾ ਦਾ ਯੁੱਧ ਲੜਦਾ ਅਗਲੇ ਸਾਲ ਹੀ, ਕਿਉਂਕਿ ਇਕੱਲਾ ਦਿੱਲੀ ਜਿੱਤ ਲਈ, ਹੁਣ ਰਾਜਸਥਾਨ ਜਿੱਤ ਲਿਆ ਨਾਲ ਤਾਂ ਖਨਵਾ ਦਾ ਯੁੱਧ ਲੜਦਾ ਕਿਹਦੇ ਨਾਲ, ਮਹਾਰਾਣਾ ਸਾਂਗਾ ਦੇ। ਸਾਥੀਓ ਅਸੀਂ ਦੇਖਦੇ ਹਾਂ ਕਿ ਇੱਥੇ ਨਹੀਂ ਰੁਕਦਾ। 1528 ਦੇ ਵਿਚਕਾਰ ਉਹ ਇੱਕ ਰਾਜਾ ਹੁੰਦਾ ਹੈਗਾ ਮੇਦਨੀ ਰਾਏ। ਮੇਦਨੀ ਰਾਏ ਦੇ ਨਾਲ ਇੱਕ ਯੁੱਧ ਕਰਦਾ। ਇਹਨੂੰ ਕਹਿੰਦੇ ਨੇ ਚੰਦੇਰੀ ਦਾ ਯੁੱਧ। ਚੰਦੇਰੀ ਦਾ ਯੁੱਧ 1529 ਦੇ ਵਿਚਕਾਰ ਉਹ ਫਿਰ ਅੱਗੇ ਵਧਦਾ। ਅਸੀਂ ਦੇਖਦੇ ਹਾਂ ਉਹ ਇਬਰਾਹਿਮ ਲੋਧੀ ਦੇ ਭਾਈ ਮਹਿਮੂਦ ਲੋਧੀ, ਭਾਈ ਨੂੰ ਲੱਗਦਾ ਕਿ ਮੈਂ ਮੇਰੇ ਭਾਈ ਨੂੰ ਹਰਾਇਆ ਤਾਂ ਬਦਲਾ ਲਊਂਗਾ। ਤਾਂ 1529 ਦੇ ਵਿਚਕਾਰ ਮਹਿਮੂਦ ਲੋਧੀ ਦੇ ਨਾਲ ਇੱਕ ਲੜਾਈ ਲੜਦਾ। ਇਹ ਲੜਾਈ ਨੂੰ ਕਹਿੰਦੇ ਨੇ ਘਾਗਰਾ ਦਾ। ਤਾਂ 4 ਲੜਾਈਆਂ ਲੜੀਆਂ ਨੇ, 26, 27, 28, 29, 30 ਦੇ ਵਿੱਚ ਉਹਦੀ ਕੀ ਹੋ ਜਾਂਦੀ ਹੈ, ਮੌਤ। ਸਮਝੇ ਗੱਲ ਨੂੰ। 26 'ਚ ਰਾਜਾ ਬਣਦਾ, ਸਾਰੀ ਉਮਰ ਉਹਦੀ ਕਿ 40 ਸਾਲ ਲੜਦੇ ਹੋਏ ਲੰਘ ਜਾਂਦੀ ਹੈ। 26 'ਚ ਵੀ ਲੜਾਈ ਲੜਦਾ, 27 'ਚ ਵੀ, 28 'ਚ ਵੀ, 29 'ਚ ਵੀ, 33 'ਚ ਵੀ। 4 ਲੜਾਈਆਂ ਇੰਪੋਰਟੈਂਟ ਨੇ। ਪਾਣੀਪਤ ਦੀ ਲੜਾਈ 26 'ਚ, ਖਨਵਾ ਦਾ ਯੁੱਧ ਬਹੁਤ ਹੀ ਫੇਮਸ ਯੁੱਧ ਹੈਗਾ, ਮਹਾਰਾਣਾ ਸਾਂਗਾ ਰਾਜਸਥਾਨ ਦਾ ਬਹੁਤ ਤਕੜਾ ਰਾਜਾ ਹੋਇਆ। ਚੰਦੇਰੀ ਦਾ ਯੁੱਧ ਮੇਦਨੀ ਰਾਏ ਮੱਧ ਪ੍ਰਦੇਸ਼ ਦੇ ਵਿੱਚ ਰਾਜਾ ਹੋਇਆਗਾ, ਉਹਦੇ ਨਾਲ। ਫਿਰ 1529 ਦੇ ਵਿੱਚ ਘਾਗਰਾ, ਕਨੌਜ ਦਾ ਰਾਜਾ ਹੁੰਦਾ ਅਸਲ ਵਿੱਚ, ਕਨੌਜ ਦਾ। ਤੇ ਕਨੌਜ ਕੀ ਹੈ, ਮੱਧ ਪ੍ਰਦੇਸ਼ 'ਚ। ਉਹਦੇ ਨਾਲ ਲੜਾਈ ਲੜਦਾ। 29 ਦੇ ਵਿਚਕਾਰ ਇਹਦਾ ਭਾਈ ਲੋਧੀ ਦਾ ਦੁਬਾਰਾ ਇਹ 'ਤੇ ਹਮਲਾ ਕਰੂਗਾ ਜਿੱਤ ਪ੍ਰਾਪਤ ਕਰਨ ਵਾਸਤੇ, ਪਰੰਤੂ ਉਹਨੂੰ ਵੀ ਹਰਾ ਦਿੰਦਾ। 30 ਦੇ ਵਿਚਕਾਰ ਇਹਦੀ ਕੀ ਹੋ ਜਾਂਦੀ ਹੈ, ਮੌਤ। ਇਹ ਤੋਂ ਬਾਅਦ ਇਹਦਾ ਬੇਟਾ ਹੁੰਦਾ ਹਿਮਾਯੂ। ਹਿਮਾਯੂ ਨੂੰ ਕੀ ਬਣਾਇਆ ਜਾਂਦਾ, ਰਾਜਾ ਬਣਾਇਆ ਜਾਂਦਾ। ਹਿਮਾਯੂ 1530 ਦੇ ਵਿੱਚ ਕੀ ਬਣਦਾ, ਰਾਜਾ। ਅਸੀਂ ਦੇਖਦੇ ਹਾਂ ਕਿ ਬਾਬਰ ਬਹੁਤ ਸਿਆਣਾ ਹੁੰਦਾ। ਬਾਬਰ ਦੇ 4 ਪੁੱਤਰ ਹੁੰਦੇ ਨੇ। ਤਾਂ ਉਹ ਰਾਜ ਭਾਗ ਬਹੁਤ ਵੱਡਾ ਹੋ ਗਿਆ ਨਾ। ਅਫਗਾਨਿਸਤਾਨ ਦਾ ਪਹਿਲਾਂ ਵੀ ਜਿੱਤੀ ਬੈਠਾ ਉਹ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ, ਦਿੱਲੀ ਤੋਂ ਵਿੱਚ ਰਾਜਸਥਾਨ, ਫਿਰ ਥੱਲੇ ਮੱਧ ਪ੍ਰਦੇਸ਼ ਤੱਕ ਇਹਦਾ ਬਹੁਤ ਲੰਬਾ ਰਾਜ ਹੋਇਆ। ਇਹ ਕਰਦਾ ਕੀ ਆ, ਆਪਣੇ ਰਾਜ ਨੂੰ 4 ਭਾਗਾਂ 'ਚ ਕਰਨਾ ਬਣਦਾ ਕਿ ਭਾਈ ਪ੍ਰਾਪਰਟੀ ਬਰਾਬਰ ਬਣਾਉਣੀ ਚਾਹੀਦੀ ਆ। ਤਾਂ ਦਿੱਲੀ ਦੇ ਉੱਤੇ ਕਿਹਦਾ ਅਧਿਕਾਰ ਆਉਂਦਾ ਹੈਗਾ, ਹਿਮਾਯੂ ਦਾ ਅਧਿਕਾਰ ਆਉਂਦਾ। ਤਾਂ ਇੱਦਾਂ ਕਰਕੇ ਅਸੀਂ ਦੇਖਦੇ ਹਾਂ ਕਿ ਦਿੱਲੀ ਦਾ ਰਾਜਾ ਕੌਣ ਬਣਦਾ ਹੈਗਾ, ਹਿਮਾਯੂ ਬਣਦਾ ਹੈਗਾ। ਇਹਨੂੰ ਕੀ ਰਾਜਾ ਬਣਾਇਆ ਜਾਂਦਾ। ਜਦੋਂ ਰਾਜਾ ਬਣਾਇਆ ਜਾਂਦਾ ਤਾਂ ਪੁੱਤਰ ਵਧੀਆ ਕੰਮ ਕਰ ਰਹੇ ਆ। 1530 ਤੋਂ 1540 ਤੱਕ ਇਹ ਬਹੁਤ ਵਧੀਆ ਕੰਮ ਕਰਦਾ ਹਿਮਾਯੂ। ਵੱਡਾ ਰਾਜ ਭਾਗ ਹੁੰਦਾ, ਪਰ ਇਹਦੇ ਮਨ 'ਚ ਹੁੰਦੀ ਹੈ ਕਿ ਰਾਜ ਭਾਗ ਨੂੰ ਹੋਰ ਕੀ ਕਰਾਇਆ ਜਾਵੇ, ਵਧਾਇਆ ਜਾਵੇ। ਹੁਣ 10 ਸਾਲ ਹੋ ਗਏ, ਸੈਟਿੰਗ ਹੋ ਗਈ ਨਾ। ਪਹਿਲਾਂ ਬੰਦਾ ਇਹ ਲੜਾਈਆਂ ਕੀਤੀਆਂ, ਜਿੱਤ ਗਿਆ। ਹੁਣ ਉੱਤੇ ਸਿਸਟਮ ਵੀ ਲਾਇਆ ਜਾਵੇ। ਜੇ ਨਹੀਂ ਸਿਸਟਮ ਲਾਵਾਂਗੇ ਤਾਂ ਲੋਕ ਅੱਕ ਜਾਣਗੇ ਤਾਂ ਸਾਨੂੰ ਭਜਾ ਦੇਣਗੇ ਨਾਲ। ਤਾਂ 10 ਸਾਲ ਤਾਂ ਉਹਨੇ ਕੀਤਾ, ਸਾਰਾ ਜਿਹੜਾ ਜਿੱਤਿਆ ਹੋਇਆ ਇਲਾਕਾ ਸੀਗਾ ਉਹਨੂੰ ਕੀ ਕੀਤਾ, ਵਧੀਆ ਸੈਟਿੰਗ ਕਰਕੇ ਰੱਖੀ। ਫਿਰ 40 ਦੇ ਵਿੱਚ ਉਹਦਾ ਮਨ ਆਇਆ ਵੀ ਕਿਉਂ ਨਾ ਆਪਾਂ ਆਪਣਾ ਇਲਾਕਾ ਵਧਾਈਏ। ਹੁਣ 10 ਸਾਲ ਹੋ ਗਏ ਰਾਜ ਕਰਦੇ ਨੂੰ। ਤਾਂ ਕਰਦਾ ਕੀ ਆ, ਗੁਜਰਾਤ ਦਾ ਰਾਜਾ ਹੁੰਦਾ। ਗੁਜਰਾਤ ਦੇ ਰਾਜੇ 'ਤੇ ਹਮਲਾ ਕਰਨਾ ਚਾਹੁੰਦਾ ਹੁੰਦਾ। ਉਹਦਾ ਨਾਮ ਹੁੰਦਾ ਬਹਾਦਰ ਖਾਨ। ਤਾਂ ਬਹਾਦਰ ਖਾਨ ਰਾਜੇ 'ਤੇ ਹਮਲਾ ਕਰਨਾ ਚਾਹੁੰਦਾ, ਕੌਣ, ਹਿਮਾਯੂ। ਹਮਲਾ ਜਦੋਂ ਕਰਦਾ ਤਾਂ ਅਸੀਂ ਦੇਖਦੇ ਹਾਂ ਕਿ ਉਸ ਟਾਈਮ 'ਤੇ ਹੀ ਇਹਦੀਆਂ ਫੌਜਾਂ ਜਾਂਦੀਆਂ ਨੇ ਦਿੱਲੀ ਤੋਂ ਕਿੱਧਰਲੇ ਪਾਸੇ, ਗੁਜਰਾਤ ਵਾਲੇ ਪਾਸੇ ਹਮਲਾ ਕਰਨ ਵਾਸਤੇ। ਤਾਂ ਫਿਰ ਉਹੀ ਗੱਲ, ਇੱਕ ਪੱਖ ਸਿਕਿਉਰ ਨਹੀਂ ਲੱਗਦਾ ਹਮੇਸ਼ਾ। ਦੇਖੋ ਅੱਜ ਆਪਾਂ ਨੂੰ ਪ੍ਰੋਬਲਮ ਇਹੀ ਆ ਰਹੀ ਆ, ਸਾਡੇ ਪਾਸੇ ਇੰਡੀਆ ਦੇ ਦੋਨੇ ਪਾਸੇ, ਇੱਧਰ ਚਾਈਨਾ, ਇੱਧਰਲੇ ਪਾਸੇ ਕੀ ਹੈ, ਪਾਕਿਸਤਾਨ। ਸਾਡੇ ਦੋਨੇ ਫਰੰਟ ਨਾਲ ਕੀ ਆ, ਬਣਦੇ ਨਹੀਂ। ਸਮਝੇ ਗੱਲ ਨੂੰ। ਤਾਂ ਹਮੇਸ਼ਾ ਇੱਕ ਫਰੰਟ ਨਾਲ ਮਜ਼ਬੂਤੀ ਹੋਣੀ ਚਾਹੀਦੀ ਹੈ ਤਾਂ ਗੱਲ ਵੈਸੇ ਪੇਪਰ ਤਾਂ ਨਹੀਂ ਆਉਂਦੀ। ਬੰਗਲਾਦੇਸ਼ ਦੇ ਲੜਾਈ ਦੇ ਵਿੱਚ ਭਾਰਤ ਦਾ ਬਹੁਤ ਹੀ ਵੱਡਾ ਯੋਗਦਾਨ ਸੀ ਬੰਗਲਾਦੇਸ਼ ਨੂੰ ਯਾਦ ਕਰਾਉਣ ਦੇ ਵਿੱਚ। ਕਾਰਨ ਕੀ ਵੀ ਜੇ ਭਾਈ ਦੇਖੋ ਲੜਾਈ ਹੁੰਦੀ ਹੈ, ਇਹ ਵੀ ਪਾਕਿਸਤਾਨ ਆ ਤੇ ਆ ਵੀ ਪਾਕਿਸਤਾਨ ਆ ਨਾ, ਤਾਂ ਇੱਧਰੋਂ ਆ ਵੀ ਪਾਕਿਸਤਾਨ ਆ ਤੇ ਆ ਵੀ ਪਾਕਿਸਤਾਨ।
ਤਾਂ ਸਾਨੂੰ ਫੌਜਾਂ ਦੋ ਪਾਸੇ ਭੇਜਣੀਆਂ ਪੈਣਗੀਆਂ। ਕੱਲ੍ਹ ਨੂੰ ਲੜਾਈ ਹੁੰਦੀ ਹੈ, ਇੱਧਰੋਂ ਵੀ ਹਮਲਾ ਹੋਊਗਾ ਤੇ ਇੱਧਰੋਂ ਵੀ ਹਮਲਾ ਹੋਊਗਾ। ਅੱਧੀ ਫੌਜ ਕਿਤੇ ਭੇਜਣੀ ਪਊ ਇੱਧਰ, ਅੱਧੀ ਫੌਜ ਕਿਤੇ ਭੇਜਣੀ ਪਊਗੀ ਇੱਧਰਲੇ ਪਾਸੇ। ਤਾਂ ਸਾਡਾ ਮਨ ਸੀ ਵੀ ਸਾਡੇ ਜਿਹੜਾ ਦੂਜਾ ਪਾਕਿਸਤਾਨ ਆ ਉਹ ਸਾਡਾ ਮਿੱਤਰ ਹੋਵੇ, ਮਿੱਤਰ ਹੋਵੇ। ਤਾਂ ਉਹਨਾਂ ਨੇ ਇਹਨੂੰ ਆਜ਼ਾਦ ਕਰਾ ਕੇ ਤੇ ਬੰਗਲਾਦੇਸ਼ ਬਣਾਇਆ। ਤੇ ਬੰਗਲਾਦੇਸ਼ ਭਾਰਤ ਨਾਲ ਦੀ ਮਿੱਤਰਤਾ ਬਹੁਤ ਜ਼ਿਆਦਾ। ਸਮਝੇ ਗੱਲ? ਪਾਕਿਸਤਾਨ ਨਾਲ ਦੁਸ਼ਮਣੀ ਸੁਣਿਆ ਕਿਤੇ ਬੰਗਲਾਦੇਸ਼ ਨਾਲ ਆਪਣੀ ਕੋਈ ਲੜਾਈ ਹੋਵੇ ਕਿਸੇ ਵੀ ਤਰੀਕੇ ਦੀ, ਆਮ ਲੋਕ ਜਾਂਦੇ ਆਉਂਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਤਾਂ ਆਹ ਪੱਖ ਮਜ਼ਬੂਤ ਕਰ ਲਿਆ ਵੀ ਇੱਧਰੋਂ ਹਮਲਾ ਨਹੀਂ ਹੋ ਸਕਦਾ। ਧਿਆਨ ਰੱਖਣਾ ਇਹ ਗੱਲ। ਹੁਣ ਪਰ ਰੌਲਾ ਪਾਕਿਸਤਾਨ ਚੀਨ ਚੱਲ ਪਿਆ। ਪਹਿਲਾਂ ਚੀਨ ਸਾਡਾ ਮਿੱਤਰ ਸੀਗਾ, ਹੁਣ ਚੀਨ ਨਾਲ ਸਾਡੀਆਂ ਪ੍ਰੋਬਲਮ ਵੱਧ ਰਹੀਆਂ ਨੇ। ਤਾਂ ਸਾਨੂੰ ਫੌਜੀ ਕੀ ਆ ਮੋਲਡ ਕਰਨੇ ਪੈਣੇ ਤੇ ਪਾਕਿਸਤਾਨ ਵਾਲੇ ਪਾਸੇ ਫਿਰ ਕੀ ਹੈ ਚੀਨ ਵਾਲੇ ਪਾਸੇ। ਇਹੀ ਗਲਤੀ ਕੌਣ ਕਰਦਾ? ਗੁਜਰਾਤ ਦਾ ਰਾਜਾ ਕਰਦਾ, ਸੌਰੀ ਹਿਮਾਯੂ ਕਰਦਾ। ਹਿਮਾਯੂ ਗੁਜਰਾਤ ਵੱਲ ਦਾ ਵਗ ਗਿਆ, ਮਗਰਲੇ ਪਾਸੇ ਉਹਨੂੰ ਕੋਈ ਧਿਆਨ ਹੀ ਨਹੀਂ ਵੀ ਮਗਰਲੇ ਪਾਸੇ ਵੀ ਸਾਡੇ 'ਤੇ ਹਮਲਾ ਹੋ ਸਕਦਾ। ਤਾਂ ਪੱਛਮੀ ਬੰਗਾਲ ਦਾ ਰਾਜਾ ਹੁੰਦਾ, ਪੱਛਮੀ ਬੰਗਾਲ ਦਾ ਰਾਜਾ ਹੁੰਦਾ ਇਟ ਇਜ਼ ਸ਼ੇਰ ਸ਼ਾਹ ਸੂਰੀ। ਤਾਂ ਸ਼ੇਰ ਸ਼ਾਹ ਸੂਰੀ ਮਗਰਲੇ ਪਾਸੇ ਨਹੀਂ ਕੀ ਕਰਦਾ ਹੈਗਾ, ਦਿੱਲੀ 'ਤੇ ਹਮਲਾ ਕਰਦਾ। ਹੁਣ ਫੌਜਾਂ ਨੂੰ ਪਤਾ ਲੱਗਦਾ ਸਾਡੇ ਤਾਂ ਹਮਲਾ ਹੋ ਗਿਆ, ਅਸੀਂ ਤਾਂ ਲੜਨ ਜਾ ਰਹੀਆਂ ਸੀ, ਤਾਂ ਕੋਈ ਪਲੈਨਿੰਗ ਤਾਂ ਹੈ ਨਹੀਂ ਨਾ। ਤਾਂ ਅੱਧੀਆਂ ਫੌਜਾਂ ਕੀ ਮੁੜ ਜਾਣਗੀਆਂ ਮਗਰਲੇ ਪਾਸੇ। ਹੁਣ ਅੱਧੇ ਜਿੱਦੀਆਂ ਫੌਜਾਂ ਮਗਰ ਮੁੜੀਆਂ, ਅੱਧੇ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਕੀ ਨਹੀਂ ਹੋ ਗਿਆ। ਕਿ ਉੱਥੇ ਕਿਹੜਾ ਕੋਈ WhatsApp ਦਾ ਮੈਸੇਜ ਵੀ ਗਰੁੱਪ 'ਚ ਪਾ ਦਿਆਂਗੇ ਭਾਈ ਮੁੜਿਆ ਆਓ, ਸਮਝੇ ਗੱਲ ਨੂੰ? ਤਾਂ ਕਿਸੇ ਨੂੰ ਪਤਾ ਹੀ ਨਹੀਂ, ਫੌਜਾਂ ਉਹ ਅੱਗੇ ਜਾਈ ਜਾਂਦੀਆਂ ਨੇ, ਅੱਧੀਆਂ ਮਗਰਲੇ ਪਾਸੇ ਨਹੀਂ। ਤਾਂ ਲੜਾਈ ਹੁੰਦੀ ਆ, ਜਗ੍ਹਾ ਆਉਂਦੀ ਆ ਬਿਹਾਰ ਦੇ ਵਿੱਚ ਚੌਸਾ। ਬਿਹਾਰ 'ਚ ਇੱਕ ਲੜਾਈ ਹੁੰਦੀ ਹੈ ਜਿਵੇਂ ਚੌਸਾ ਦੀ ਲੜਾਈ। ਧਿਆਨ ਰੱਖਣਾ ਕੁਐਸਚਨ ਆਉਂਦਾ ਕਿ ਚੌਸਾ ਦੀ ਲੜਾਈ ਕਿਹਦੇ ਵਿਚਕਾਰੇ ਹੋਈ ਆ? ਤਾਂ ਹਿਮਾਯੂ ਤੇ ਸ਼ੇਰ ਸ਼ਾਹ ਸੂਰੀ ਦੇ ਵਿੱਚ। ਤੇ ਲੜਾਈ ਹੁੰਦੀ ਆ 1540 ਦੇ ਵਿੱਚ, ਹੈ 39 ਦੇ ਵਿੱਚ। ਹਾਂ ਚੈੱਕ ਕਰ ਲਾਂਗੇ, ਚੱਲਦਾ ਕੋਈ ਗੱਲ ਨਹੀਂ, ਇੰਨਾ ਕੁਛ ਨਹੀਂ ਪਾਉਂਦੇ ਨੇ। ਤਾਂ ਚੌਸਾ ਦੀ ਲੜਾਈ ਹੁੰਦੀ ਹੈ ਕਿਹਦੇ ਵਿਚਕਾਰ? ਸ਼ੇਰ ਸ਼ਾਹ ਸੂਰੀ ਤੇ ਹਿਮਾਯੂ ਦੇ ਵਿੱਚ। ਇਹ 'ਚ ਕੌਣ ਹਾਰ ਜਾਂਦਾ ਹੈਗਾ? ਹਿਮਾਯੂ ਹਾਰ ਜਾਂਦਾ। ਹਿਮਾਯੂ ਹਾਰ ਜਾਂਦਾ ਤਾਂ ਇੱਧਰੋਂ ਹੀ, ਕਿਉਂਕਿ ਦਾਰਾ ਵੀ ਦਿੱਲੀ 'ਤੇ ਤੁਹਾਨੂੰ ਕਬਜ਼ਾ ਕਿਹਦਾ ਹੋ ਗਿਆ? ਸ਼ੇਰ ਸ਼ਾਹ ਸੂਰੀ ਦਾ। ਤਾਂ ਉੱਥੇ ਹੀ 1540 ਤੋਂ 1555 1540 ਤੋਂ 1555 ਮੁਗਲਾਂ ਦੇ ਵਿਚਾਲੇ ਕਿਹੜੇ ਵੰਸ਼ ਦਾ ਰਾਜ ਆ ਜਾਊਗਾ? ਸੁਰ ਵੰਸ਼ ਦਾ ਰਾਜ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਦੱਸੋ ਮੁਗਲ ਸਲਤਨਤ ਸਮੇਂ ਕਿਹੜੇ ਵੰਸ਼ ਦਾ ਰਾਜ ਸੀ ਵਿਚਾਲੇ? ਤਾਂ 15 ਸਾਲ ਹੀ ਰਾਜ ਕੀਤਾ ਕਿਹਨੇ? ਸ਼ੇਰ ਸ਼ਾਹ ਸੂਰੀ। ਇੱਕੋ ਹੀ ਰਾਜਾ ਸੀ ਬਸ ਸੁਰ ਵੰਸ਼ ਦਾ, ਇਹ ਨਹੀਂ ਰਾਜ ਕੀਤਾ ਇਕੱਲਾ। ਤਾਂ ਅਸੀਂ ਦੇਖਦੇ ਹਾਂ ਕਿ ਆਪਦੇ ਭਾਈਆਂ ਕੋਲੇ ਜਾਂਦਾ, ਨਾਲ ਨਾਲ 'ਚ ਨਾ ਹੁੰਦਾ ਹਿੰਦਲ ਅਸਕਰੀ ਉਹਨਾਂ ਦੇ ਭਾਈਆਂ ਦੇ, ਉਹਨਾਂ ਨੂੰ ਜਾਂਦਾ ਵੀ ਭਾਈ ਮੇਰੀ ਹੈਲਪ ਕਰੋ, ਮੈਨੂੰ ਕੀ ਹਾਰ ਗਿਆ ਮੈਂ, ਤਾਂ ਤੁਸੀਂ ਮੈਨੂੰ ਰਾਜ ਭਾਗ ਵਾਸਤੇ ਹੈਲਪ ਕਰੋ। ਪਰ ਇਹਦੇ ਭਾਈ ਕਹਿੰਦੇ ਵੀ ਦੇਖੋ ਤੁਹਾਨੂੰ ਅਸੀਂ ਪਨਾਹ ਦੇ ਸਕਦੇ ਹਾਂ ਰਹਿਣ ਵਾਸਤੇ, ਸਮਝੇ ਗੱਲ ਨੂੰ? ਜਗ੍ਹਾ ਦੇ ਸਕਦੇ ਹਾਂ, ਰਹਿ ਪਓ ਸਾਡੇ ਕੋਲੇ, ਪਰ ਤੁਸੀਂ ਕਹੋਗੇ ਤੁਹਾਡੇ ਵਾਸਤੇ ਅਸੀਂ ਹਮਲੇ ਕਰਾਂਗੇ, ਸਾਨੂੰ ਕੋਈ ਲੋੜ ਨਹੀਂ ਹੈਗੀ, ਸਮਝੇ ਗੱਲ ਨੂੰ? ਇਹ ਗੱਲ ਦੀ ਤਾਂ ਤੁਸੀਂ ਰਹਿ ਸਕਦੇ। ਤਾਂ ਅਸੀਂ ਦੇਖਦੇ ਹਾਂ ਕਿ 15 ਸਾਲ ਹਿਮਾਯੂ ਕਿੱਥੇ ਰਹਿੰਦਾ ਗਾ? ਅਫਗਾਨਿਸਤਾਨ 'ਚ ਹੀ ਰਹਿੰਦਾ। ਅਫਗਾਨਿਸਤਾਨ ਜਿਹੜਾ ਸਿੰਧ ਦਾ ਇਲਾਕਾ ਆ ਗਿਆ ਨਾ, ਪਾਕਿਸਤਾਨ ਅਫਗਾਨਿਸਤਾਨ ਬਾਰਡਰ ਦੇ ਸਿੰਧ ਦੇ ਕੋਲੇ, ਉੱਥੇ ਰਹਿੰਦਾ। ਇੱਕ ਆਮ ਰਾਜੇ ਵਾਂਗੂ, ਐ ਨਹੀਂ ਕੋਈ ਰਾਜਾ ਮੈਂ, ਇੱਕ ਆਮ ਬੰਦਾ ਬਣ ਕੇ ਰਹਿੰਦਾ, ਸਮਝੇ ਗੱਲ ਨੂੰ? ਹਿਮਾਯੂ। ਤਾਂ ਅਸੀਂ ਦੇਖਦੇ ਹਾਂ ਕਿ 1555 ਦੇ ਵਿਚਕਾਰ ਸ਼ੇਰ ਸ਼ਾਹ ਸੂਰੀ ਦੀ ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ। ਸੂਰੀ ਦੀ ਮੌਤ ਤੋਂ ਕੋਈ ਬੇਟਾ ਨਹੀਂ ਹੁੰਦਾ ਅਸਲ ਨਹੀਂ ਵੀ ਰਾਜ ਭਾਗ ਸਾਹਮਣੇ, ਤਾਂ ਕਨਫਿਊਜ਼ਨ ਹੁੰਦੀ ਕੌਣ ਰਾਜਾ ਬਣੂ। ਤਾਂ ਮੌਕੇ ਦਾ ਫਾਇਦਾ ਚੱਕਦਾ ਹਿਮਾਯੂ। ਹਿਮਾਯੂ 1555 ਦੇ ਵਿੱਚ ਹੀ ਦੁਬਾਰਾ ਤੋਂ ਅਟੈਕ ਕਰੂਗਾ। ਕਿੱਥੇ? ਦਿੱਲੀ 'ਤੇ ਅਟੈਕ ਕਰੂ, ਲੜਨ ਵਾਲਾ ਕੋਈ ਹੈ ਨਹੀਂਗਾ। ਤਾਂ ਇੱਕਦਮ ਉਹਦਾ ਕੀ ਹੋ ਜਾਊਗਾ? ਰਾਜ। ਤਾਂ 2 ਵਾਰ ਰਾਜਾ ਕੌਣ ਬਣਿਆ? ਜੇ ਕੁਐਸਚਨ ਆਇਆ ਤਾਂ ਕੌਣ ਬਣਿਆ? ਹਿਮਾਯੂ ਬਣਿਆ। ਤਾਂ 1555 ਦੇ ਵਿਚਕਾਰ ਦੁਬਾਰਾ ਇਹ ਕੀ ਬਣ ਜਾਂਦਾ? ਰਾਜਾ ਬਣ ਜਾਂਦਾ। ਕਿੱਥੋਂ ਦਾ? ਭਾਰਤ ਦਾ। ਪਰ ਫਿਰ ਇਹਦੀ ਕਿਸਮਤ ਮਾੜੀ ਹੁੰਦੀ ਆ। 56 ਦੇ ਵਿੱਚ ਇਹ ਕੀ ਹੈ? ਖੜਿਆ ਬੁੱਕ ਪੜ੍ਹ ਰਿਹਾ ਹੁੰਦਾ ਕੋਈ ਨਾ ਕੋਈ, ਸਮਝੇ ਗੱਲ? ਦਿੱਲੀ ਲਾਇਬ੍ਰੇਰੀ ਬਣੀ ਹੋਈ ਬਹੁਤ ਸੋਹਣੀ ਪੜ੍ਹਨ ਵਾਸਤੇ, ਅੱਜ ਵੀ ਉੱਥੇ ਪੜ੍ਹਦਾ ਸੀ ਮੈਂ। ਤਾਂ ਪੜ੍ਹ ਰਿਹਾ ਹੁੰਦਾ, ਉਹਦਾ ਪੈਰ ਟਿਕ ਜਾਂਦਾ, ਥੱਲੇ ਜਾ ਕੇ ਡਿੱਗ ਪੈਂਦਾ, ਜਿਹਦੇ ਨਾਲ 60 ਕੀ ਵੱਜਦੀ ਹੈ, 60 ਵੱਜਦੀ ਆ, ਜਿਹਦੇ ਨਾਲ ਉਹਦੀ ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ। ਤਾਂ 1555 'ਚ ਹੀ ਰਾਜਾ ਬਣਿਆ ਸੀ। 9 ਮਹੀਨੇ, ਸਾਲ ਹੀ ਪੂਰਾ ਨਹੀਂ, 9 ਮਹੀਨਿਆਂ ਬਾਅਦ ਇਹਦੀ ਮੌਤ ਹੋ ਜਾਂਦੀ ਹੈ। 1556 ਦੀ ਕੀ ਹੋ ਜਾਂਦੀ ਹੈ? ਡੈਥ ਹੋ ਜਾਂਦੀ ਹੈ। ਇਹਨਾਂ ਕਰਕੇ ਹਿਮਾਯੂ ਦੀ ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ ਹੈ। ਲਿਖੋ ਮਾੜੀ ਜੀ ਗੱਲ। 57 'ਚ ਇਹ ਰਾਜਾ ਬਣਿਆ, ਪਰ ਹਜੇ ਤੱਕ ਸੈਟਿੰਗ ਹੋਈ ਨਹੀਂ ਸੀਗੀ ਕਿ ਆਪਣਾ ਪਰਿਵਾਰ ਨਹੀਂ ਸੀ ਨਾਲ ਲੈ ਕੇ ਆਇਆ। ਡਰ ਸੀਗਾ ਇਹਨੂੰ ਵੀ ਭਾਈ ਹੋ ਸਕਦਾ ਕੋਈ ਹੋਰ ਆ ਜਾਣਾ ਲੜਾਈ ਕਰਕੇ। ਤਾਂ ਇਹ ਨਹੀਂ ਪਰਿਵਾਰ ਨੂੰ ਕਿਹਾ ਵੀ ਤੁਸੀਂ ਭਾਈ ਹਜੇ ਘਰੇ ਬੈਠੋ, ਪਹਿਲਾਂ ਮੈਂ ਰਾਜਾ ਬਣ ਜਾ, ਰਾਜਾ ਬਣ ਕੇ ਸੈਟਿੰਗ ਕਰ ਲਾਂ ਸਾਰੀ ਕੁਝ, ਫਿਰ ਇਹ ਮੈਂ ਤੁਹਾਨੂੰ ਕੀ ਮਾਰੂੰਗਾ? ਹੱਕ ਮਾਰ। ਅਸੀਂ ਦੇਖਦੇ ਹਾਂ ਪਰੰਤੂ ਦੀ ਇੱਕਦਮ ਹੀ ਕੀ ਆ? ਮੌਤ ਹੋ ਜਾਂਦੀ ਆ। ਹੁਣ ਅਫਗਾਨਿਸਤਾਨ 'ਚ ਕੌਣ ਬੈਠਾ? ਇਹਦਾ ਬੇਟਾ ਅਕਬਰ, ਜੋ ਛੋਟਾ ਜਿਹਾ ਮੁੰਡਾ ਹੀ ਆ, ਕੋਈ ਬਾਹਲਾ ਵੱਡਾ ਨਹੀਂ। ਉਸ ਟਾਈਮ 'ਤੇ ਅਕਬਰ ਦੀ ਉਮਰ ਬਹੁਤ ਥੋੜੀ ਆ, 8-9 ਸਾਲ ਦਾ ਮੁੰਡਾ ਹੀ ਸਾਰਾ ਉਸ ਟਾਈਮ 'ਤੇ, ਜਦੋਂ ਇਹਨਾਂ ਦੇ ਪਿਤਾ ਦੀ ਕੀ ਹੋ ਜਾਂਦੀ ਹੈ? ਮੌਤ ਹੋ ਜਾਂਦੀ। ਇਹਨੂੰ ਪਾਲਣ ਵਾਸਤੇ ਛੱਡ ਕੇ ਆਉਂਦੇ ਕਿ ਸੈਨਾਪਤੀ ਬੈਰਮ ਖਾਨ। ਬੈਰਮ ਖਾਨ ਨੂੰ ਕਹਿੰਦਾ ਕਿ ਮੇਰੀ ਪਤਨੀ ਤੇ ਮੇਰੇ ਬੇਟੇ ਦਾ ਕਿਹਦੇ 'ਚ ਧਿਆਨ ਰੱਖਣਾ?
ਤੇ ਜੇਕਰ ਕੱਲ੍ਹ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਇਹਨੂੰ ਕੀ ਲੈ ਕੇ ਆਉਣਾ, ਦਿੱਲੀ ਲੈ ਕੇ। ਅਸੀਂ ਦੇਖਦੇ ਹਾਂ ਕਿ ਆਫਟਰ ਸ਼ੇਰਸ਼ਾਹ ਸੂਰੀ ਆਫਟਰ ਕੀ ਹਮਾਯੂ ਤੋਂ ਬਾਅਦ ਹੁਣ ਜਦੋਂ ਮੌਤ ਹੁੰਦੀ ਹੈ ਤਾਂ ਅਕਬਰ ਨੂੰ ਰਾਜਾ ਬਣਾਇਆ ਜਾਣਾ, ਤਾਂ ਅਕਬਰ ਕੀ ਤੁਰਦਾ ਕਿੱਧਰ ਵੱਲ, ਦਿੱਲੀ ਵੱਲ। ਛੋਟਾ ਜਿਹਾ ਬੱਚਾ ਹੀ ਹੈ ਵੀ ਭਾਈ ਇਹ ਰਾਜਾ ਬਣੂਗਾ। ਪਰ ਉਨੇ ਸਮੇਂ ਦੇ ਵਿੱਚ ਹੀ ਪੱਛਮੀ ਬੰਗਾਲ ਦਾ ਇੱਕ ਰਾਜਾ ਹੋਰ ਹੁੰਦਾ, ਉਹਦਾ ਨਾਮ ਹੁੰਦਾ ਹੇਮੂ। ਪਹਿਲਾਂ ਸ਼ੇਰਸ਼ਾਹ ਸੂਰੀ ਸੀਗਾ ਰਾਜਾ, ਹੁਣ ਕੌਣ ਆ, ਹੇਮੂ। ਹੁਣ ਹੇਮੂ ਦੈਟ ਇਜ਼ ਕੀ ਹਮਲਾ ਕਰ ਦੂ ਪਹਿਲਾਂ ਹੁਣ ਅਫਗਾਨਿਸਤਾਨ ਦੂਰ ਪੈਂਦਾ, ਕਿਉਂ ਦੂਰ ਪੈਂਦਾ, ਰਾਜ ਪਹਾੜ ਆ ਗਏ, ਹਿਮਾਲਿਆ ਪਹਾੜ ਆ ਗਏ, ਉੱਥੋਂ ਪਾਰ ਕਰਨਾ। ਪਰ ਪੱਛਮੀ ਬੰਗਾਲ ਦੇ ਨਾਲ ਹੀ ਆ ਗਿਆ ਦਿੱਲੀ ਦੇ ਵਿੱਚ, ਤਾਂ ਉੱਥੋਂ ਅਟੈਕ ਕਰਨਾ ਕਿ ਸੌਖਾ। ਤਾਂ ਸ਼ੇਰਸ਼ਾਹ ਸੂਰੀ ਫਿਰ ਆ ਜਾਂਦਾ ਦਿਮਾਗ 'ਚ। ਹਿਮਾਯੂ ਦੀ ਮੌਤ ਤੋਂ ਬਾਅਦ ਸਾਡੇ ਤੇ ਇੱਕ ਤਰੀਕੇ ਨਾਲ ਹੇਮੂ ਕੀ ਬਣ ਜੂ, ਕੁਝ ਸਮੇਂ ਲਈ 4-5 ਮਹੀਨਿਆਂ ਲਈ ਕੀ ਬਣੂਗਾ, ਰਾਜਾ ਬਣੂਗਾ। ਪਰ ਜਦੋਂ ਇੱਧਰੋਂ ਅਕਬਰ ਆ ਰਿਹਾ ਹੋਊਗਾ ਤਾਂ ਅਕਬਰ ਤੇ ਹੁਣ ਹੇਮੂ ਨੂੰ ਇੱਕ ਲੜਾਈ ਕਰਨੀ ਪੈਂਦੀ। ਅਕਬਰ ਤੇ ਹੇਮੂ ਨੂੰ ਲੜਾਈ ਕਰਨੀ ਪੈਂਦੀ ਆ, ਜਿਹਨੂੰ ਪਾਣੀਪਤ ਦੀ ਦੂਜੀ ਲੜਾਈ ਕਹਿੰਦੇ ਆ। ਪਾਣੀਪਤ ਦੀ ਦੂਜੀ ਲੜਾਈ ਕਰਨੀ ਪੈਂਦੀ ਆ 1556 'ਚ। ਹਾਲਾਂਕਿ ਨਾਂ ਦਾ ਇਹ ਵੀ ਅਕਬਰ ਲੜਿਆ, ਅਕਬਰ ਤੇ ਜਵਾਕ ਉਹਨੂੰ ਕੀ ਪਤਾ ਲੜਿਆ ਕੌਣ ਹੈਗਾ, ਬੈਰਮ ਖਾਨ ਸੈਨਾਪਤੀ। ਸੈਨਾਪਤੀ ਲੜਦਾ ਬੈਰਮ ਖਾਨ, ਪਰੰਤੂ ਰਾਜਾ ਮੰਨ ਕੇ ਲੜ ਰਹੇ ਨੇ ਨਾ, ਤਾਂ ਅਕਬਰ ਦੀ ਲੜਾਈ ਕਹਿੰਦੇ ਆ ਵੀ ਅਕਬਰ ਲੜਿਆ। ਤਾਂ ਲੜਾਈ ਕਿਹਨੇ ਕੀਤੀ ਆ, ਅਕਬਰ ਤੇ ਹੇਮੂ। ਉਹ ਨਿੱਕੀ ਜੀ ਗੱਲ ਜਾਣ ਕੇ ਉਹ ਪੇਪਰ 'ਚ ਨਾ ਕਿ ਹਿਮਾਯੂ ਪਾਲਦੇ ਨੇ, ਅਕਬਰ ਤੇ ਹਿਮਾਯੂ, ਵੀ ਅਕਬਰ ਤੇ ਹਿਮਾਯੂ 'ਚ ਲੜਾਈ ਹੋਈ ਆ। ਹੁਣ ਜਿਹਨੂੰ ਤਾਂ ਗੱਲ ਪਤਾ ਹੀ ਨਹੀਂ, ਉਹਨੂੰ ਤਾਂ ਲੱਗੂ ਵੀ ਹਾਂ ਯਾਰ ਇਹ ਹੁਣ ਹੇਮੂ ਉਹਨੇ ਸੁਣੀ ਨਹੀਂ ਹੁੰਦਾ ਕਦੇ, ਨਾ ਹੀ ਸੁਣਦਾ, ਉਹਨੂੰ ਲੱਗਦਾ ਵੀ ਰਾਹ ਨਹੀਂ ਹੋ ਸਕਦਾ। ਪਰ ਜਿਹਨੇ ਸੁਣੀਆਂ ਗੱਲ ਵੀ ਭਾਈ ਹਿਮਾਯੂ ਨਾਲ ਕੋਈ ਉਹਦਾ ਲੈਣ ਦੇਣ ਨਹੀਂ, ਅਕਬਰ ਤੇ ਕੀ 'ਚ ਲੜਾਈ ਹੋਈ ਹੈ, ਹੇਮੂ 'ਚ ਲੜਾਈ ਹੋਈ ਆ 1556 ਦੇ ਵਿੱਚ। ਇਹਦੇ ਵਿੱਚ ਅਕਬਰ ਜਿੱਤ ਜਾਂਦਾ, ਅਕਬਰ ਦਾ ਬੈਰਮ ਖਾਨ ਜਿੱਤ ਜਾਂਦਾ, ਤੇ ਇਹਨੂੰ ਦਿੱਲੀ ਦਾ ਕੀ ਬਣਾਇਆ ਜਾਂਦਾ, ਰਾਜਾ ਬਣਾਇਆ। ਇਹ ਕਾਪੀ ਨੇ ਵੱਡੀ ਗੱਲ। ਸਾਥੀਓ ਅਕਬਰ ਦੀ ਮੌਤ ਤੋਂ ਬਾਅਦ ਹਾਲਾਂਕਿ ਜਹਾਂਗੀਰ ਕੋਈ ਵੱਡਾ ਮੁੰਡਾ ਨਹੀਂ ਹੁੰਦਾ, ਦੋ ਮੁੰਡੇ ਹੁੰਦੇ ਨੇ ਅਕਬਰ ਦੇ, ਇੱਕ ਤਾਂ ਹੁੰਦਾ ਖੁਸਰੋ, ਇੱਕ ਹੁੰਦਾ ਹੈਗਾ ਜਹਾਂਗੀਰ। ਹਾਲਾਂਕਿ ਨਾ ਜਹਾਂਗੀਰ ਦੀ ਨਾਮ ਬਾਅਦ ਤੋਂ ਬਦਲਦਾ, ਇਹਦਾ ਨਾਮ ਹੁੰਦਾ ਸਲੀਮ। ਤਾਂ ਇਹ ਕੌਣ ਆ, ਸਲੀਮ, ਤੇ ਇਹ ਕੌਣ ਆ, ਖੁਸਰੋ। ਤਾਂ ਦੋ ਬੇਟੇ ਹੁੰਦੇ। ਵੱਡਾ ਮੁੰਡਾ ਕੌਣ ਹੈਗਾ, ਖੁਸਰੋ ਆ। ਧਿਆਨ ਰੱਖੋ, ਲੋਕ ਇਹਨੂੰ ਕਾਫੀ ਪਸੰਦ ਕਰਦੇ ਨੇ ਕਿਉਂਕਿ ਇਹ ਦੈਟ ਇਜ਼ ਕਾਫੀ ਹਿੰਦੂ ਤੇ ਮੁਸਲਿਮ ਦੇ ਇਕੱਠਿਆਂ ਦੀ ਗੱਲ ਕਰਦਾ, ਇੱਕ ਸੰਤ ਵਰਗਾ ਬੰਦਾ ਕਹਿੰਦਾ, ਮਤਲਬ ਲੋਕ ਇਹਨੂੰ ਬਹੁਤ ਪਸੰਦ ਕਰਦੇ ਨੇ। ਹਿੰਦੂ ਪਲੱਸ ਦੈਟ ਇਜ਼ ਕਿ ਮੁਸਲਿਮ ਦੀ ਏਕਤਾ ਦੀ ਗੱਲ ਦੈਟ ਇਜ਼ ਕੌਣ ਕਰਦਾ, ਖੁਸਰੋ ਕਰਦਾ। ਪਰੰਤੂ ਜ਼ਿਆਦਾ ਵਧੀਆ ਏਬਲ ਐਡਮਿਨਿਸਟ੍ਰੇਟਰ ਨਹੀਂ ਹੈਗਾ, ਪ੍ਰੋਪਰ ਕਿਵੇਂ ਕੰਮ ਚਲਾਉਣਾ ਹੈ। ਸਾਧ ਸੰਤ ਬੰਦੇ ਉਹਨਾਂ ਨੂੰ ਕੋਈ ਬੜਾ ਸਿਸਟਮ ਚਲਾਉਣਾ ਆਉਂਦਾ ਹੁੰਦਾ, ਜਿਹੜਾ ਸਿਸਟਮ ਚਲਾਊਗਾ ਉਹ ਤੇਜ਼ ਵਾਲਾ ਹੋ, ਠੀਕ ਨਹੀਂ ਗੱਲ। ਤਾਂ ਲੋਕ ਇਹਨੂੰ ਪਸੰਦ ਕਰਦੇ ਨੇ ਵੱਡਾ ਮੁੰਡਾ, ਪਰ ਇਹ ਦਿਮਾਗੀ ਬਹੁਤ ਆ, ਸਲੀਮ ਦਿਮਾਗੀ ਬਹੁਤ ਆ। ਤਾਂ ਜਦੋਂ ਪਤਾ ਲੱਗਦਾ ਕਿ ਮੇਰੇ ਪਿਤਾ ਕੀ ਬਣਾ ਦੂਗਾ, ਕਿਹਨੂੰ ਰਾਜਾ ਬਣਾ ਦੂਗਾ, ਖੁਸਰੋ ਨੂੰ, ਤਾਂ ਖੁਸਰੋ ਤੇ ਕੀ ਕਰਦਾ, ਅਟੈਕ ਕਰਦਾ। ਖੁਸਰੋ ਤੇ ਕਰਦਾ ਅਟੈਕ ਕਰਦਾ। ਖੁਸਰੋ ਬੇਹੁਸਾਦ ਬੰਦਾ, ਉਹ ਭੱਜ ਜਾਂਦਾ। ਤਾਂ ਰਾਹ 'ਚ ਅੱਗੇ ਜਾ ਕੇ ਖੁਸਰੋ ਅਸੀਂ ਦੇਖਦੇ ਹਾਂ ਕਿ ਜਦੋਂ ਭੱਜਦਾ ਅੱਗੇ ਜਾ ਕੇ ਕਿਹਨੂੰ ਮਿਲਦਾ, ਪੰਜਵੇਂ ਗੁਰੂ ਅਰਜਨ ਦੇਵ ਨੂੰ। ਹਾਂਜੀ ਗੱਲ ਨੂੰ ਇੱਥੇ ਸਿੱਖਾਂ ਦੀ ਹਿਸਟਰੀ ਵੀ ਚੱਲ ਪੈਂਦੀ ਇਸ ਤੋਂ ਪਹਿਲਾਂ। ਮੈਂ ਦੱਸਦਾ ਨਾ ਕਲਾਸ ਦੇ ਕਰ ਕਿ ਅਕਬਰ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਆ ਕਿਹਦੇ ਲਈ, ਸਿੱਖੀਜ਼ਮ ਨੂੰ ਇੰਡੀਆ ਦੇ ਵਿੱਚ ਵਧਾਉਣ ਦਾ। ਬਹੁਤ ਹੀ ਜ਼ਿਆਦਾ ਉਸ ਟਾਈਮ 'ਤੇ ਲੰਗਰ ਪ੍ਰਥਾ ਜੋ ਚਲਾਈ ਗਈ ਸੀ, ਅਸੀਂ ਦੇਖਦੇ ਹਾਂ ਕਿ ਪਹਿਲਾਂ ਨਹੀਂ ਸੀ ਕੋਈ ਜਾਣਦਾ ਹੁੰਦਾ ਸਿਸਟਮ, ਹੈ ਨਾ। ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੇ ਸੈਕਿੰਡ ਗੁਰੂ ਨੇ ਗੁਰੂ ਅੰਗਦ ਦੇਵ ਜੀ, ਤਾਂ ਉਹਨਾਂ ਦੇ ਸਮੇਂ ਅਕਬਰ ਜਾਂਦਾ ਕਿੱਥੇ, ਗੁਰੂ ਨੂੰ ਮਿਲਣ ਵਾਸਤੇ। ਤਾਂ ਗੁਰੂ ਨੂੰ ਮਿਲਣ ਜਾਂਦਾ ਤੇ ਗੁਰੂ ਕਹਿੰਦੇ ਨੇ ਕਿ ਪਹਿਲਾਂ ਭਾਈ ਪ੍ਰਸ਼ਾਦਾ ਛਕੋ, ਸਮਝੇ ਗੱਲ ਨੂੰ। ਤਾਂ ਉਹ ਪਰ ਐਂ ਨਹੀਂ ਮਿਲਦਾ ਕਿ ਮੈਂ ਰਾਜਾ ਆਇਆਗਾ, ਤਾਂ ਲੋਕਾਂ 'ਚ ਬੈਠ ਕੇ ਹੀ ਦੈਟ ਕੀ ਕਰਦਾ ਗਾ, ਪ੍ਰਸ਼ਾਦਾ ਛਕਦਾ। ਕੌਣ, ਅਕਬਰ। ਜਦੋਂ ਛਕਦਾ ਤੇ ਫਿਰ ਜਾ ਕੇ ਕਿਹਨੂੰ ਮਿਲਦਾ, ਗੁਰੂ ਨੂੰ। ਤਾਂ ਲੋਕਾਂ 'ਚ ਚੜ੍ਹਾਈ ਹੋ ਜਾਂਦੀ ਵੀ ਕੋਈ ਬਹੁਤ ਤਕੜਾ, ਦੇਖੋ ਕੋਈ ਮੰਨ ਲਾ ਸਪੋਜ਼ ਕਰੋ, ਫਿਰ ਮੈਂ ਐਗਜ਼ਾਮਪਲ ਦੇਵਾਂ ਕਿ ਆਪਣੀ ਕਲਾਸ ਚਲੀ ਜਾਂਦੀ ਹੈ, ਸਮਝੇ ਗੱਲ ਨੂੰ। ਕਲਾਸ 'ਚ CM ਆ ਕੇ ਕਹਿਣ ਲੱਗ ਜੀ ਵੀ ਯਾਰ ਵੀ ਮੈਂ ਵੀ ਕਲਾਸ ਲਾਉਣੀ, ਸਮਝੇ ਗੱਲ ਨੂੰ। ਸੁਣਨਾ ਵੀ ਭਾਈ ਕੀ ਚੱਲ ਰਿਹਾ ਉਹਦੀ ਗੱਲਬਾਤ, ਤਾਂ ਕਲਾਸ ਦੀ ਗੱਲਬਾਤ ਚਾਹੁੰਦਾ ਵੀ ਭਾਈ ਯਾਰ CM ਆ ਕੇ ਕਿਆ ਕਲਾਸ ਦੇ ਕਰ, ਤਾਂ ਲੋਕਾਂ 'ਚ ਚੜ੍ਹਾਈ ਹੋ ਜੂਗੀ ਉੱਥੇ ਭਾਈ ਕਲਾਸ ਲੱਗਦੀ ਕੋਈ ਵਗੈਰਾ ਆਰਮੀ ਦੀ ਅਕੈਡਮੀ ਖੁੱਲੀ ਹੋਈ। ਉਹੀ ਗੱਲ ਕੀ ਹੈ ਇੱਧਰਲੇ ਪਾਸੇ ਆ, ਜਦੋਂ ਰਾਜਾ ਆਉਂਦਾ ਤਾਂ ਰਾਜਾ ਬਹੁਤ ਵੱਡੇ ਪੱਧਰ 'ਤੇ ਕੀ ਦੇ ਕੇ ਜਾਂਦਾ ਗੁਰੂਆਂ ਨੂੰ, ਪਿੰਡ ਦੇ ਕੇ ਜਾਂਦਾ ਵੀ ਪਿੰਡਾਂ ਦੇ ਲਗਾਨ ਦਾ ਰੁਪਈਆ ਅਸੀਂ ਨਹੀਂ ਇਕੱਠਾ ਕਰਨਾ, ਪਿੰਡਾਂ ਦੇ ਲਗਾਨ ਦਾ ਰੁਪਈਆ ਤੁਸੀਂ ਇਕੱਠਾ ਕਰਨਾ, ਤੇ ਉਹ ਲਗਾਨ ਦਾ ਰੁਪਈਆ ਕਿਹਦੇ ਲਾਉਣਾ ਗਾ, ਲੰਗਰ ਪ੍ਰਸ਼ਾਦੇ ਨੂੰ। ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਵੱਡਾ ਯੋਗਦਾਨ ਆ ਦੈਟ ਇਜ਼ ਕੀ ਆ ਅਕਬਰ ਦਾ। ਤਾਂ ਹੀ ਉਹ ਸੰਬੰਧ ਜਿਹੜੇ ਹੈਗੇ ਨੇ ਅਕਬਰ ਦੇ ਬਹੁਤ ਸਾਰੇ ਰਾਜਿਆਂ ਨਾਲ ਬਹੁਤ ਵਧੀਆ ਰਹੇ, ਸਮਝੇ ਗੱਲ ਨੂੰ। ਪੰਜਵੇਂ ਗੁਰੂ ਤੱਕ ਅਕਬਰ ਦਾ ਰਾਜ ਹੀ ਰਿਹਾ, ਤਾਂ ਅਕਬਰ ਨੇ ਬਹੁਤ ਕੰਮ ਕੀਤਾ, ਤਾਂ ਹੀ ਲੋਕਾਂ 'ਚ ਪ੍ਰਸਿੱਧੀ ਬਹੁਤ ਹੋਈ ਆ ਗੁਰੂਆਂ ਦੀ ਵੀ ਭਾਈ ਦੈਟ ਇਜ਼ ਕੀ ਨਹੀਂ ਗੁਰੂ ਹੋਏ। ਅਸੀਂ ਦੇਖਦੇ ਹਾਂ ਪਰ ਇਹਦੀ ਮੌਤ ਤੋਂ ਬਾਅਦ
ਜਿਹੜਾ ਖੁਸਰੋ ਹਾਲਤ ਤੇ ਇਹ ਵੀ ਇਹਨਾਂ ਨੂੰ ਗੁਰੂ ਮੰਨਦਾ ਆਪਾਂ ਨੂੰ, ਤਾਂ ਉਹ ਉਹਨੂੰ ਮਿਲਣ ਵਾਸਤੇ ਜਾਂਦਾ। ਸਮਝੇ ਗੱਲ ਨੂੰ? ਮਿਲਣ ਵਾਸਤੇ, ਆਸ਼ੀਰਵਾਦ ਲੈਣ ਵਾਸਤੇ ਵੀ ਭਾਈ ਦਟ ਇਜ਼ ਕੇ ਮੈਨੂੰ ਪ੍ਰੋਬਲਮ ਆਈਆਂ। ਪਰ ਇਹ ਗੱਲ ਜਹਾਂਗੀਰ ਨੂੰ ਕੀ ਲੱਗਦੀ? ਚੰਗੀ ਨਹੀਂ ਲੱਗਦੀ। ਜਹਾਂਗੀਰ ਨੂੰ ਚੰਗੀ ਲੱਗਦੀ ਕਿ ਭਾਈ ਮੇਰਾ ਦੁਸ਼ਮਣ ਆ ਦਟ ਇਜ਼ ਕਿਹਨੂੰ ਮਿਲਣ ਗਿਆ ਹੈਗਾ? ਗੁਰੂ ਅਰਜਨ ਦੇਵ ਨੂੰ ਮਿਲਣ ਗਿਆ। ਇਹਦੇ ਲਈ ਕਿਉਂਕਿ ਹੁਣ ਉਹ ਰਾਜਾ ਬਣ ਗਿਆ, ਕਿਉਂਕਿ ਉਹਨੂੰ ਜਿੱਤ ਗਿਆ ਉਹ, ਤਾਂ ਉਹ ਕਿਹਨੂੰ ਬੁਲਾਊਗਾ? ਗੁਰੂ ਅਰਜਨ ਦੇਵ ਨੂੰ ਬੁਲਾਊਗਾ। ਉਹਨੂੰ ਉਹਦੇ ਮਨ 'ਚ ਯਾਨੀ ਕਿ ਸ਼ੰਕਾ ਡਾਊਟ ਆ ਵੀ ਖੁਸਰੋ ਨੂੰ ਕਿਹਨੇ ਲਘੋੜਿਆ? ਗੁਰੂ ਅਰਜਨ ਦੇਵ ਨੇ ਲਘੋੜਿਆ। ਸਮਝੇ ਗੱਲ? ਵੀ ਉਹਨੂੰ ਪਤਾ ਵੀ ਕਿੱਥੇ ਆ ਖੁਸਰੋ ਕਿੱਥੇ ਆ। ਪਰ ਗੁਰੂ ਅਰਜਨ ਦੇਵ ਕਹਿੰਦੇ ਵੀ ਮੈਨੂੰ ਨਹੀਂ ਪਤਾ, ਮੇਰਾ ਆਸ਼ੀਰਵਾਦ ਲੈਣ ਆਇਆ ਸੀ, ਮੈਨੂੰ ਮਿਲਿਆ ਤੇ ਤੋਂ ਬਾਅਦ ਕੀ ਹੋ ਗਿਆ? ਚਲਾ ਗਿਆ। ਪਰ ਉਸ ਟਾਈਮ ਤੇ ਰਾਜਾ ਕੋਲੇ ਪੁੱਤਰੋ ਪਾਵਰ ਹੁੰਦੀ ਸੀ। ਰਾਜਾ ਮੈਂ ਦੱਸਿਆ ਤੁਹਾਨੂੰ ਵੀ ਕਿਹਨੂੰ ਮਾਰ ਸਕਦਾ? ਰਾਜਾ ਨੂੰ ਸ਼ੱਕ ਵੀ ਪੈ ਗਿਆ ਵੀ ਆਹ ਬੰਦਾ ਗਲਤ ਆ, ਤਾਂ ਮਾਰ ਦਿੰਦਾ ਸੀਗਾ ਰਾਜਾ। ਸਮਝੇ ਗੱਲ? ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਮੈਂ ਦੈਟ ਇਜ਼ ਕੀ ਹੈਗਾ ਰੂਲ ਆਫ ਲਾਅ, ਮੈਂ ਚੈੱਕ ਕਰਾਂ, ਮੈਂ ਪਹਿਲਾਂ ਬੰਦੇ ਲਾਵਾਂ। ਉਹਦੇ ਮਨ 'ਚ ਡਾਊਟ ਪੈ ਗਿਆ ਵੀ ਨਹੀਂ ਇਹਨੇ ਮਾਰਿਆ ਹੁੰਦਾ ਦੈਟ ਇਜ਼ ਕੀ ਇਹਨੂੰ ਮਾਰ ਦਿੱਤਾ। ਅਸੀਂ ਦੇਖਦੇ ਹਾਂ ਕਿ ਤਾਂ ਕਰਕੇ ਜਹਾਂਗੀਰ ਦੈਟ ਇਜ਼ ਕੀ ਕਰਦਾ? ਗੁਰੂ ਅਰਜਨ ਦੇਵ ਨੂੰ ਕੀ ਕਰਦਾ? ਸ਼ਹੀਦ। ਐਂ ਕਰਕੇ ਹਿਸਟਰੀ ਚੱਲਦੀ ਹੈ। ਇਹ ਤੋਂ ਬਾਅਦ ਪ੍ਰੋਬਲਮਸ ਵੱਧਦੀਆਂ ਨੇ। ਫਿਰ ਦੈਟ ਇਜ਼ ਕਿ ਮੁਗਲਾਂ ਤੇ ਜਿਹੜੀ ਸਿੱਖੀਜ਼ਮ ਆ ਉਹਦੇ ਕਰਕੇ ਲੜਾਈਆਂ ਕੀ ਸਟਾਰਟ ਹੋਈਆਂ। ਤਾਂ ਪੰਜਵੇਂ ਗੁਰੂ ਤੱਕ ਉਹ ਕੀ ਹੈ ਕਿ ਸਪਿਰਿਚੁਅਲ ਧਰਮ, ਸਿੱਖੀਜ਼ਮ ਇੱਕ ਸਪਿਰਿਚੁਅਲਿਟੀ ਵਾਲੀ ਗੱਲ ਕਰਦਾ, ਉਹ ਕੋਈ ਲੜਾਈ ਵਾਲੀ ਗੱਲ ਵਗੈਰਾ ਨਹੀਂ ਆਉਂਦੀ। 6ਵੇਂ ਤੋਂ ਲੈ ਕੇ ਜਿਹੜੇ ਅਗਲੀ ਗੱਲ 6ਵੇਂ 10ਵੇਂ ਗੁਰੂ ਤੱਕ ਫਿਰ ਉਹ ਲੜਾਈਆਂ ਵਾਲੀਆਂ ਗੱਲਾਂ ਜ਼ਿਆਦਾ ਆਉਂਦੀਆਂ ਨੇ। ਸਪਿਰਿਚੁਅਲਿਟੀ ਦੈਟ ਇਜ਼ ਕੀ ਹੈ ਘੱਟ ਜਾਂਦੀ ਹੈ ਧਰਮ ਦੇ ਵਿੱਚ। ਅੱਗੇ ਚੱਲਦੇ ਹਾਂ। ਕੀ ਗੱਲ ਲਿਖੋ ਕਾਪੀ ਤੇ, ਲਾਸਟ ਲਿਖ ਲਿਖਾਈ ਜਾਣਾ ਜਹਾਂਗੀਰ ਰਾਜਾ ਬਣਾ। ਲਿਖੋ ਉਹ ਖੁਸਰੋ ਨੂੰ ਹਰਾ ਕੇ ਰਾਜਾ ਬਣਦਾ। ਹੁਣ ਤੇ ਕੋਈ ਦੁਸ਼ਮਣ ਭਾਜੀ ਤੋਂ ਬੰਦੇ ਮਗਰ ਲਾਏਂਗੇ ਵੀ ਕਿਹੜੇ ਬੰਦੇ ਨੇ ਦੱਸੋ ਮੈਨੂੰ। ਚਲ ਅੱਗੇ ਚੱਲਦੇ ਹਾਂ। ਲਿਖੋ ਨੂਰ ਜਹਾਂ, ਨੂਰ ਜਹਾਂ, ਨੂਰ ਜਹਾਂ ਉਸ ਦੀ ਪਤਨੀ ਦਾ ਨਾਮ। ਮੋਸਟਲੀ ਕਹਿੰਦੇ ਨੇ ਵੀ ਨੂਰ ਜਹਾਂ ਬਹੁਤ ਹੀ ਸਟੇਟਸਮੈਨ ਔਰਤ ਹੋਈ ਹੈ, ਘਰ ਵਾਲੀ ਸੀ ਇਹਦੀ, ਤੇ ਸਾਰਾ ਰਾਜ ਭਾਗ ਅਸਲ ਵਿੱਚ ਕਹਿੰਦੇ ਪਰ ਜਹਾਂਗੀਰ, ਪਰ ਜਹਾਂਗੀਰ ਨਹੀਂ ਚਲਾਉਂਦਾ ਸੀ। ਕੌਣ ਸੀ? ਨੂਰ ਜਹਾਂ ਚਲਾਉਂਦਾ ਸੀ। ਸਮਝੇ ਗੱਲ? ਨਾ ਹੀ ਜਹਾਂਗੀਰ ਦਾ, ਪਰੰਤੂ ਇਹ ਬਹੁਤ ਦਿਮਾਗੀ ਔਰਤ ਸੀ। ਸਾਰਾ ਕੰਮ ਨੂਰ ਜਹਾਂ ਚਲਾਉਂਦੀ ਸੀ। ਜਿੰਨਾ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਸਾਰਾ ਉਹ ਕਿਹਦੇ ਕੋਲ ਹੁੰਦਾ ਸੀ? ਨੂਰ ਜਹਾਂ ਕੋਲੇ ਹੁੰਦਾ ਸੀ। ਚਲੋ ਅੱਗੇ ਲਿਖਦੇ ਹਾਂ। ਲਿਖੋ ਕੀ ਗੱਲ ਕਿ ਭਾਰਤ ਵਿੱਚ ਅੰਗਰੇਜ਼, ਭਾਰਤ ਵਿੱਚ ਅੰਗਰੇਜ਼ ਜਹਾਂਗੀਰ ਦੇ ਸਮੇਂ ਹੀ ਆਏ। ਭਾਰਤ ਵਿੱਚ ਅੰਗਰੇਜ਼ ਜਹਾਂਗੀਰ ਦੇ ਸਮੇਂ ਹੀ ਆਇਆ। 1608 ਵਿੱਚ 1608 ਵਿੱਚ ਸਭ ਤੋਂ ਪਹਿਲਾਂ ਵਿਲੀਅਮ ਹੌਕਿੰਸ, ਨਾਮ ਰੱਖਣਾ ਬਹੁਤ ਇੰਪੋਰਟੈਂਟ ਹੈ ਇਹ ਨਾਮ, ਵਿਲੀਅਮ ਹੌਕਿੰਸ, ਵਿਲੀਅਮ ਹੌਕਿੰਸ, ਵਿਲੀਅਮ ਹੌਕਿੰਸ ਜਹਾਂਗੀਰ ਦੇ ਦਰਬਾਰ ਵਿੱਚ, ਜਹਾਂਗੀਰ ਦੇ ਦਰਬਾਰ ਵਿੱਚ ਪਰਮਿਸ਼ਨ ਲੈਣ ਲਈ ਆਉਂਦਾ।